ਵਾਹਿਗੁਰੂ ਸਾਹਿਬ ਜੀਓ। ਅਸੁਨ ਪ੍ਰੇਮ ਉਮਾਹੜਾ, ਕਿਉ ਮਿਲੀਐ ਹਰ ਜਾਏ। ਮਨ ਤਨ ਪਿਆਸ ਦਰਸ਼ਨ ਕਹਣੀ, ਕੋਈ ਆਣ ਮਿਲਾਵੇ ਮਾਏ। ਅਸੁਨ ਪ੍ਰੇਮ ਮਾਹੜਾ, ਕਿਉ ਮਿਲਿਐ ਹਰ ਜਾਏ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ। ਸੰਤ ਸਹਾਈ ਪ੍ਰੇਮ ਕੇ, ਹਉ ਤਿਨ ਕੈ ਲਾਗਾ ਪਾਏ। ਵਿਣ ਪ੍ਰਭ ਕਿਉ ਸੁਖ ਪਾਈਐ, ਦੂਜੀ ਨਾਹੀ ਜਾਏ। ਜਿਨੀ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹੇ ਅਘਾਏ। ਆਪ ਤਿਆਗ ਬਿਨਤੀ ਕਰਹਿ, ਲੇਹੋ ਪ੍ਰਭੂ ਲੜ ਲਾਏ। ਜੋ ਹਰ ਕੰਤ ਮਿਲਾਈਆ, ਸੇ ਵਿਛੜ ਕਤਹਿ ਨ ਜਾਏ। ਪ੍ਰਭ ਵਿਣ ਦੂਜਾ ਕੋ ਨਹੀਂ, ਨਾਨਕ ਹਰਿ ਸ਼ਰਨ ਆਏ। ਅਸੂ ਸੁਖੀ ਵਸੰਦੀਆਂ, ਜਿਨਾ ਮਾਇਆ ਹਰ ਰਾਏ। ਪ੍ਰਭ ਵਿਣ ਦੂਜਾ ਕੋ ਨਹੀਂ, ਨਾਨਕ ਹਰਿ ਸ਼ਰਨ ਆਏ। ਅਸੂ ਸੁਖੀ ਵਸੰਦੀਆਂ, ਜਿਨਾ ਮਾਇਆ ਹਰ ਰਾਏ। ਅਸੁਨ ਪ੍ਰੇਮ ਉਮਾਹੜਾ, ਕਿਉ ਮਿਲੀਐ ਹਰ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜਿੱਥੇ ਆਓ ਪਾਵਨ 10 ਗੁਰੂ ਸਰੂਪ ਧਾਰਨ ਕੀਤੇ, ਉਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਇੱਕ ਵਾਰ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਵਿੱਚ ਸੰਗਤ ਨੇ ਸਵਾਲ ਕੀਤਾ ਹੈ, ਗਰੀਬਨ ਵਾਜ ਸਤਿਗੁਰੂ ਜੀਓ, ਜਦੋਂ ਅਸੀਂ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆ ਰਹੇ ਸਾਂ, ਰਸਤੇ ਵਿੱਚ ਗੋਰਖਨਾਥ ਦੇ ਚੇਲੇ ਸਿੱਧ ਲੋਕ ਮਿਲੇ। ਉਹਨਾਂ ਨੇ ਸਾਡੇ ਤੇ ਸਵਾਲ ਕੀਤਾ, ਤੁਸੀਂ ਕੌਣ ਹੋ ਅਤੇ ਕਿੱਧਰ ਜਾ ਰਹੇ ਹੋ? ਅਸਾਂ ਉਹਨਾਂ ਨੂੰ ਜਵਾਬ ਦਿੱਤਾ, ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਹਾਂ ਤੇ ਆਪਣੇ ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ ਜਾ ਰਹੇ ਹਾਂ। ਸਿੱਧਾਂ ਨੇ ਦੂਜਾ ਸਵਾਲ ਕੀਤਾ, ਤੁਹਾਨੂੰ ਸਤਿਗੁਰੂ ਦੇ ਦਰਸ਼ਨ ਕਰਕੇ ਕੀ ਮਿਲਦਾ ਹੈ? ਤਾਂ ਗੁਰਸਿੱਖਾਂ ਨੇ ਆਖਿਆ, ਸਤਿਗੁਰੂ ਦੇ ਦਰਸ਼ਨ ਕਰਕੇ
ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ। ਤਕਰੀਬਨ ਸਾਲ ਛਮਾਹੀ ਬਾਅਦ ਅਸੀਂ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਦੇ ਹਾਂ, ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਾਂ। ਇਹਦੇ ਨਾਲ ਸਾਡਾ ਮਨ ਵੀ ਸ਼ਾਂਤ ਰਹਿੰਦਾ ਹੈ, ਘਰ ਦੇ ਵਿੱਚ ਵੀ ਸੁੱਖ ਸ਼ਾਂਤੀ ਰਹਿੰਦੀ ਹੈ। ਇਸ ਲਈ ਅਸੀਂ ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਹਾਂ। ਸਿੱਧਾ ਨੇ ਤੀਸਰਾ ਸਵਾਲ ਕੀਤਾ, ਇਹ ਗੱਲ ਠੀਕ ਹੈ, ਤੁਸੀਂ ਗੁਰੂ ਨਾਨਕ ਦੇ ਸਿੱਖ ਹੋ, ਤੁਸੀਂ ਉਹਨਾਂ ਦੀ ਸੰਗਤ ਕਰਦੇ ਹੋ, ਦਰਸ਼ਨ ਕਰਦੇ ਹੋ ਅਤੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹੋ, ਪਰ ਤੁਸੀਂ ਇਹ ਦੱਸੋ ਤੁਹਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ, ਤੁਹਾਡੀ ਹੋਣ ਵਾਲੀ ਪੀੜ੍ਹੀ ਹੈ, ਕਦੀ ਉਹਦੇ ਬਾਰੇ ਵੀ ਸੋਚਿਆ? ਉਹਦਾ ਉਧਾਰ ਕਿਸ ਤਰ੍ਹਾਂ ਹੋਵੇਗਾ, ਉਹਦੀ ਕਲਿਆਣ ਕਿਸ ਤਰ੍ਹਾਂ ਹੋਵੇਗੀ? ਗੁਰਸਿੱਖਾਂ ਨੇ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕੀਤੀ। ਮਹਾਰਾਜ, ਇਸ ਗੱਲ ਦਾ ਜਵਾਬ ਸਾਡੇ ਕੋਲ ਨਹੀਂ ਸੀ, ਹੁਣ ਆਪ ਕਿਰਪਾ ਕਰੋ, ਸਾਨੂੰ ਇਹ ਦੱਸੋ, ਤੁਹਾਡੇ ਦਰਸ਼ਨ ਦੀਦਾਰ ਕਰਕੇ, ਤੁਹਾਡੀ ਸੰਗਤ, ਤੁਹਾਡੀ ਸੇਵਾ ਕਰਕੇ ਸਾਡਾ ਤੇ ਜੀਵਨ ਸਫਲ ਹੋ ਜਾਵੇਗਾ, ਪਰ ਜਿਹੜੀ ਸਾਡੀ ਬਾਅਦ ਵਿੱਚ ਹੋਣ ਵਾਲੀ ਔਲਾਦ ਹੈ, ਸਾਡੇ ਪੁੱਤ ਪੋਤਰੇ ਪੜਪੋਤਰੇ ਹੋਣਗੇ, ਉਹਨਾਂ ਦਾ ਉਧਾਰ ਕਿਵੇਂ ਹੋਵੇਗਾ? ਜਦੋਂ ਸੰਗਤ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੜੇ ਪ੍ਰਸੰਨ ਹੋਏ। ਮੇਰਾਂ ਦੇ ਘਰ ਆ ਕੇ ਬਚਨ ਕੀਤਾ, ਸੰਗਤ ਜੀ, ਅਸੀਂ ਅੰਮ੍ਰਿਤ ਰੂਪ ਬਾਣੀ ਜੋ ਉਚਾਰਨ ਕਰ ਰਹੇ ਹਾਂ, ਇਹ ਬਾਣੀ ਹਰ ਸਮੇਂ ਹਰ ਜੀਵ ਦੀ ਕਲਿਆਣ ਕਰਨ ਵਾਲੀ ਹੈ। ਸਾਡਾ ਸਰੀਰ ਰਵੇ ਚਾਹੇ ਨਾ ਰਵੇ, ਪਰ ਸਤਿਗੁਰੂ ਦੀ ਬਾਣੀ, ਗੁਰੂ ਦਾ ਸ਼ਬਦ ਹਮੇਸ਼ਾ ਲਈ ਅਮਰ ਰਹੇਗਾ, ਕਿਉਂਕਿ ਸਿੱਖਾਂ ਦਾ ਗੁਰੂ ਸ਼ਬਦ ਹੈ, ਸਿੱਖਾਂ ਦਾ ਗੁਰੂ ਬਾਣੀ ਹੈ। ਇਸ ਲਈ ਸੰਗਤ ਜੀ, ਜਿਹੜਾ ਵੀ ਗੁਰਸਿੱਖ ਮਾਈ ਪਾਈ ਸ਼ਬਦ ਗੁਰੂ ਨਾਲ ਜੁੜੇਗਾ, ਬਾਣੀ ਗੁਰੂ ਨਾਲ ਜੁੜੇਗਾ, ਉਹ ਚਾਹੇ ਹੁਣ ਹੈ ਚਾਹੇ ਕਦੀ ਫੇਰ ਹੋਵੇਗਾ, ਇਹ ਬਾਣੀ ਉਸ ਦਾ ਉਧਾਰ ਕਰੇਗੀ। ਸਤਿਗੁਰੂ ਦੇ ਬਚਨ ਹਨ, ਕੋਈ ਗਾਵੇ ਕੋ ਸੁਣੈ, ਕੋਈ ਕਰੈ ਵਿਚਾਰ, ਕੋ ਉਪਦੇਸ਼ੈ ਕੋ ਦ੍ਰਿੜੈ, ਤਿਸ ਕਾ ਹੋਏ ਉਧਾਰ। ਕੋਈ ਦਾ ਅਰਥ ਹੈ ਕੋਈ ਵਿਰਲਾ ਗੁਰਸਿੱਖ ਬਾਣੀ ਨੂੰ ਗਾਉਂਦਾ ਹੈ ਤੇ ਕੋਈ ਉਸ ਬਾਣੀ ਨੂੰ ਸੁਣਦਾ ਹੈ, ਤੇ ਕੋਈ ਵਿਰਲਾ ਹੀ ਗੁਰਬਾਣੀ ਦੀ ਵਿਚਾਰ ਕਰਦਾ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ, ਬਾਣੀ ਬਿਰਲੋ ਵਿਚਾਰ ਸੀ। ਬਾਣੀ ਦੀ ਵਿਚਾਰ ਵੀ ਹਰ ਕੋਈ ਨਹੀਂ ਕਰ ਸਕਦਾ। ਜਿਸ ਨੂੰ ਸਤਿਗੁਰੂ ਸਮਤ ਬਖਸ਼ਿਸ਼ ਕਰਦੇ ਹਨ, ਜਿਸ ਨੂੰ ਸਤਿਗੁਰੂ ਦੀ ਬਾਣੀ ਰਾਹ ਦਿਖਾਉਂਦੀ ਹੈ, ਉਹੀ ਗੁਰਬਾਣੀ ਦੀ ਸਹੀ ਵਿਚਾਰ ਕਰ ਸਕਦਾ ਹੈ। ਇਸ ਲਈ ਹਜ਼ੂਰ ਕਹਿੰਦੇ, ਭਾਈ ਕੋਈ ਗੁਰਬਾਣੀ ਨੂੰ ਗਾਉਂਦਾ ਹੈ, ਕੋਈ ਸੁਣਦਾ ਹੈ, ਕੋਈ ਗੁਰਬਾਣੀ ਦੀ ਵਿਚਾਰ ਕਰਦਾ ਹੈ, ਕੋ ਉਪਦੇਸ਼ੈ ਕੋ ਦ੍ਰਿੜ ਹੈ, ਕੋਈ ਗੁਰਬਾਣੀ ਦੇ ਉਪਦੇਸ਼ ਨੂੰ ਸਰਵਣ ਕਰਵਾਉਂਦਾ ਹੈ, ਪਰ ਹਜ਼ੂਰ ਕਹਿੰਦੇ ਕੋ ਦ੍ਰਿੜ ਹੈ, ਪਰ ਕੋਈ ਵਿਰਲਾ ਉਸ ਬਾਣੀ ਦੇ ਉਪਦੇਸ਼ ਨੂੰ, ਬਾਣੀ ਦੇ ਸਿਧਾਂਤ ਨੂੰ ਆਪਣੇ ਮਨ ਵਿੱਚ ਦ੍ਰਿੜ ਕਰਦਾ ਹੈ। ਦ੍ਰਿੜ ਕਰਨ ਤੋਂ ਮੁਰਾਦ ਹੈ ਬਾਣੀ ਦੇ ਸਿਧਾਂਤ ਨੂੰ ਚੰਗੀ ਤਰ੍ਹਾਂ ਮਨ ਵਿੱਚ ਵਸਾ ਲੈਣਾ, ਜਿਹੜਾ ਕਦੀ ਫਿਰ ਭੁੱਲੇ ਨਾ। ਹਜ਼ੂਰ ਕਹਿੰਦੇ ਕੋਈ ਵਿਰਲਾ ਹੀ ਗੁਰਬਾਣੀ ਦੇ ਉਪਦੇਸ਼ ਨੂੰ ਦ੍ਰਿੜ ਕਰਦਾ, ਪਰ ਨਾਲ ਹੀ ਸਤਿਗੁਰੂ ਨੇ ਬਚਨ ਕੀਤਾ, ਜਿਹੜਾ ਵੀ ਗੁਰਬਾਣੀ ਨੂੰ ਦ੍ਰਿੜ ਕਰ ਲਵੇ, ਤਿਸ ਕਾ ਹੋਏ ਉਧਾਰ।
ਬਈ ਉਹਦਾ ਉਧਾਰ ਹੋ ਜਾਵੇਗਾ। ਇਸ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਿੱਖਾਂ ਦੇ ਜੁਗੋ ਜੁਗ ਅਟਲ ਸਤਿਗੁਰੂ ਹਨ। ਯੁੱਗ ਬਦਲ ਸਕਦੇ ਨੇ, ਪਰ ਸਤਿਗੁਰੂ ਦਾ ਸਿਧਾਂਤ ਕਦੀ ਬਦਲਣ ਵਾਲਾ ਨਹੀਂ ਹੈ, ਕਿਉਂਕਿ ਸਤਿਗੁਰੂ ਦੇ ਬਚਨ ਨੇ ਸੱਚ ਪੁਰਾਣਾ ਹੋਵੇ ਨਹੀਂ, ਸੱਚ ਕਦੀ ਪੁਰਾਣਾ ਹੁੰਦਾ ਹੀ ਨਹੀਂ। ਗੁਰਬਾਣੀ ਦੇ ਸਿਧਾਂਤ ਸੱਚਾਈ ਤੇ ਖੜੇ ਹਨ। ਗੁਰਬਾਣੀ ਦਾ ਸਿਧਾਂਤ ਕਦੀ ਵੀ ਪੁਰਾਣਾ ਹੋਣ ਵਾਲਾ ਨਹੀਂ ਹੈ। ਇਸੇ ਲਈ ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜਿਹੜੇ ਸਤਿਗੁਰੂ ਦੀ ਬਾਣੀ ਨਾਲ ਜੁੜਦੇ ਹਨ, ਇਸ ਬਾਣੀ ਤੋਂ ਅਗਵਾਈ ਹਾਸਲ ਕਰਦੇ ਹਨ ਤੇ ਫਿਰ ਉਹਨਾਂ ਦਾ ਅਵਸ਼ ਉਧਾਰ ਸਤਿਗੁਰੂ ਕਰ ਦਿੰਦੇ ਹਨ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਤੇ ਮਹਾਨ ਪਰਉਪਕਾਰ ਕੀਤਾ ਹੈ। ਦੋਹੇ ਥਾ ਬਾਣੀ ਕਾ ਬੋਹੇ ਥਾ। ਇਸ ਵਰਦਾਨ ਨੂੰ ਸਫਲ ਕਰਦਿਆਂ ਹੋਇਆਂ ਹਾਜ਼ੂਰ ਨੇ ਬੇਅੰਤ ਬਾਣੀ ਉਚਾਰਨ ਕੀਤੀ। ਜਿਸ ਪਵਿੱਤਰ ਬਾਣੀ 12 ਮਾਹਾਂ ਦੀ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ, ਇਹ ਬਾਣੀ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਰਚਨਾ ਹੈ। ਪਹਿਲੇ ਪਹਿਲ ਪੰਡਤ ਹੀ ਆ ਕੇ ਸੰਗਤਾਂ ਨੂੰ ਮਹੀਨੇ ਦਾ ਫਲਾਦੇਸ਼ ਸਰਵਣ ਕਰਵਾਉਂਦਾ ਸੀ, ਪਰ ਉਹਦੇ ਮਨ ਦੇ ਵਿੱਚ ਈਰਖਾ ਤੇ ਹੰਕਾਰ ਪੈਦਾ ਹੋ ਗਿਆ। ਤਾਂ ਉਸ ਵੇਲੇ ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਤੁਸੀਂ ਇਹਨਾਂ ਪੰਡਤਾਂ ਤੇ ਨਿਰਭਰ ਕਿਉਂ ਛੱਡਦੇ ਹੋ? ਜਿੱਥੇ ਆਪ ਜੀ ਨੇ ਹੋਰ ਬੇਅੰਤ ਬਾਣੀ ਉਚਾਰਨ ਕੀਤੀ ਹੈ ਤੇ ਪਵਿੱਤਰ 12 ਮਾਹਾਂ ਬਾਣੀ ਵੀ ਉਚਾਰਨ ਕਰੋ। ਤਾਂ ਸਤਿਗੁਰੂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਕੇ ਬਾਗ ਅੰਦਰ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਮੰਜੀ ਸਾਹਿਬ ਹੈ, ਦੀਵਾਨ ਅਸਥਾਨ, ਉਸ ਅਸਥਾਨ ਤੇ ਇਹ ਬਾਣੀ ਉਚਾਰਨ ਕੀਤੀ ਸੀ। ਪਿੱਛੇ 7 ਪੌੜੀਆਂ ਦੀ ਕਥਾ ਹੋ ਚੁੱਕੀ ਹੈ। ਪਹਿਲੀ ਪੌੜੀ ਵਿੱਚ ਸਤਿਗੁਰੂ ਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਫਿਰ ਅੱਗੇ ਚੇਤ ਦੇ ਮਹੀਨੇ ਤੋਂ ਉਪਦੇਸ਼ ਆਰੰਭ ਕੀਤਾ, ਕਿਉਂਕਿ ਬਿਕਰਮੀ ਸੰਮਤ ਦਾ ਪਹਿਲਾ ਮਹੀਨਾ ਚੇਤ ਹੈ, ਦੂਸਰਾ ਮਹੀਨਾ ਵੈਸਾਖ ਹੈ, ਤੀਸਰਾ ਜੇਠ ਹੈ, ਚੌਥਾ ਹਾੜ ਹੈ ਤੇ ਪੰਜਵਾਂ ਸਾਉਣ ਹੈ ਤੇ ਛੇਵਾਂ ਭਾਦਰੋਂ ਦਾ ਮਹੀਨਾ ਹੈ। ਹੁਣ ਅੱਗੇ 7ਵਾਂ ਮਹੀਨਾ ਅੱਸੂ ਦਾ ਹੈ। ਅੱਸੂ ਦੇ ਮਹੀਨੇ ਦੁਆਰਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕੀ ਉਪਦੇਸ਼ ਦਿੰਦੇ ਹਨ, ਔਰ ਇਹਦੇ ਬਾਰੇ ਆਪ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅਸਨ ਪ੍ਰੇਮ ਮਾੜਾ ਕਿਉ ਮਿਲਿਐ ਹਰ ਜਾਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਅਸੁਨ ਦਾ ਅਰਥ ਹੈ ਅੱਸੂ ਦਾ ਮਹੀਨਾ। ਇਸ ਅੱਸੂ ਦੇ ਮਹੀਨੇ ਅੰਦਰ ਉਸ ਜੀਵ ਰੂਪ ਇਸਤਰੀ ਦੇ ਮਨ ਦੇ ਵਿੱਚ ਪ੍ਰੇਮ ਉਮਾਹੜਾ, ਪ੍ਰੇਮ ਉਛਾਲੇ ਮਾਰਦਾ ਹੈ। ਕਿਉਂ ਮਿਲੀਏ ਹਰ ਜਾਏ, ਬਈ ਉਸ ਵਾਹਿਗੁਰੂ ਪਰਮੇਸ਼ਰ ਪਤੀ ਨੂੰ ਜਾ ਕੇ ਕਿਵੇਂ ਮਿਲਿਆ ਜਾਵੇ। ਕਿਉਂਕਿ ਹਾੜ ਦੇ ਮਹੀਨੇ ਵਿੱਚ ਵੀ ਬੜੀ ਗਰਮੀ ਹੁੰਦੀ, ਆਸਾੜ ਤਪੰਦਾ ਤਿਸ ਲੱਗਿਆ ਹਰ ਨਾਹੁ ਨ ਜਿਨ੍ਹਾਂ ਪਾਸ। ਸਾਉਣ ਦੇ ਮਹੀਨੇ ਬਰਖਾ ਹੁੰਦੀ ਹੈ, ਭਾਦਰੋਂ ਦੇ ਮਹੀਨੇ ਫਿਰ ਵੱਟ ਪੈਣਾ ਸ਼ੁਰੂ ਹੋ ਜਾਂਦਾ ਹੈ। ਅੱਸੂ ਦਾ ਮਹੀਨਾ ਜਦੋਂ ਚੜ੍ਹਦਾ ਹੈ, ਉਸ ਵੇਲੇ ਮੀਂਹ ਵੀ ਬੰਦ ਹੋ ਜਾਂਦੇ ਹਨ ਤੇ ਮੌਸਮ ਵੀ ਸਾਫ਼ ਹੋ ਜਾਂਦਾ ਹੈ। ਉਸ ਵੇਲੇ ਉਸ ਜੀਵ ਰੂਪ ਇਸਤਰੀ ਦੇ ਮਨ ਦੇ ਵਿੱਚ ਪ੍ਰੇਮ ਉਮਾਹੜਾ, ਪ੍ਰੇਮ ਉਛਲਦਾ ਹੈ।
ਬਈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਤੀ ਨੂੰ ਜਾ ਕੇ ਕਿਵੇਂ ਮਿਲਿਆ ਜਾਵੇ ਅਤੇ ਉਹ ਮਹਾਂਪੁਰਖਾਂ ਦੇ ਕੋਲ ਜਾ ਕੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਜਾ ਕੇ ਅਰਦਾਸਾਂ ਬੇਨਤੀਆਂ ਕਰਦੀ ਹੈ ਕਿ ਮੇਰੇ ਮਨ ਦੇ ਵਿੱਚ ਵਾਹਿਗੁਰੂ ਦੇ ਮਿਲਣ ਦਾ ਪ੍ਰੇਮ ਉਛਾਲੇ ਮਾਰ ਰਿਹਾ ਹੈ, ਕਾਂਗਾਂ ਉੱਠ ਰਹੀਆਂ ਨੇ, ਕਿਉਂ ਮਿਲੀਏ ਹਰ ਜਾਏ। ਤੁਸੀਂ ਮੈਨੂੰ ਦੱਸੋ ਕਿ ਮੈਂ ਉਸ ਪਰਮੇਸ਼ਰ ਪਤੀ ਨੂੰ ਜਾ ਕੇ ਕਿਵੇਂ ਮਿਲ ਸਕਦੀ ਹਾਂ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ। ਹਾਂ, ਇਸਤਰੀ ਰੂਪਕ ਅਲੰਕਾਰ ਦੇ ਵਿੱਚ ਸਤਿਗੁਰੂ ਮਹਾਰਾਜ ਇਹ ਪਵਿੱਤਰ ਉਪਦੇਸ਼ ਦੇ ਰਹੇ ਹਨ। ਮਨ ਤਨ ਪਿਆਸ ਦਰਸ਼ਨ ਘਣੀ, ਮੇਰੇ ਮਨ ਵਿੱਚ ਵੀ ਤੇ ਤਨ ਸਰੀਰ ਦੇ ਅੰਦਰ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨਾਂ ਦੀ ਘਣੀ ਦਾ ਅਰਥ ਹੈ ਬਹੁਤੀ ਪਿਆਸ ਲੱਗੀ ਹੋਈ ਹੈ। ਜਿਉਂ ਮਛਲੀ ਬਿਨ ਪਾਣੀਆਂ ਕਿਉਂ ਜੀਵਨ ਪਾਵੈ, ਬੂੰਦ ਬਿਹੋਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ। ਨਾਦ ਕੁਰੰਕੈ ਬੇਦਿਆ ਸਨਮੁਖ ਉਠਤਾਵੈ, ਪਵਰ ਲੋਭੀ ਕੁਸੁਮ ਬਾਸ ਕਾ ਮਿਲ ਆਪ ਬੰਧਾਵੈ। ਤਿਉ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ ਅਗਾਵੈ। ਜਿਵੇਂ ਮੱਛੀ ਨੂੰ ਪਾਣੀ ਦੀ ਪਿਆਸ ਹੁੰਦੀ ਹੈ, ਇਸੇ ਤਰ੍ਹਾਂ ਪਪੀਹੇ ਨੂੰ ਸ਼ਾਂਤੀ ਬੂੰਦ ਦੀ ਪਿਆਸ ਹੁੰਦੀ ਹੈ। ਹਰਨ ਨੂੰ ਕੰਡਾ ਹੇੜੇ ਦੇ ਸ਼ਬਦ ਦੀ ਪਿਆਸ ਹੁੰਦੀ ਹੈ ਤੇ ਭੌਰੇ ਨੂੰ ਫੁੱਲ ਦੀ ਸੁਗੰਧੀ ਦੀ ਪਿਆਸ ਹੁੰਦੀ ਹੈ। ਮਨ ਤਨ ਪਿਆਸ ਦਰਸ਼ਨ ਘਣੀ, ਮੇਰੇ ਮਨ ਤੇ ਤਨ ਦੇ ਅੰਦਰ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨਾਂ ਦੀ ਬਹੁਤੀ ਪਿਆਸ ਲੱਗੀ ਹੋਈ ਹੈ। ਕੋਈ ਆਣ ਮਿਲਾਵੇ ਮਾਏ, ਹੇ ਮਾਂ ਐ ਮਹਾਂਪੁਰਖੋ, ਕੋਈ ਹੈ ਇਹੋ ਜੀ ਸਖੀ, ਕੋਈ ਹੈ ਇਹੋ ਜਿਹਾ ਵਿਚੋਲਾ ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਪਤੀ ਨੂੰ ਲਿਆ ਕੇ ਮਿਲਾ ਦੇਵੇ। ਸੰਤ ਸਹਾਈ ਪ੍ਰੇਮ ਕੇ, ਹਉ ਤਿਨ ਕੈ ਲਾਗਾ ਪਾਏ। ਫਿਰ ਹੋਰ ਜਗਿਆਸੂਆਂ ਤੋਂ ਪਤਾ ਲੱਗਿਆ ਬਈ ਜਿਹੜੇ ਨਾਮ ਰਸੀਏ ਮਹਾਂਪੁਰਖ ਨੇ, ਜਿਨ੍ਹਾਂ ਦੀ ਇਹ ਅਵਸਥਾ ਬਣੀ ਹੋਈ ਹੈ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਤਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਜਿਹੜੇ ਹਮੇਸ਼ਾ ਸਵਾਸ ਗਿਰਾਸ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਸੰਤ ਸਹਾਈ ਪ੍ਰੇਮ ਕੇ, ਉਹ ਜਿਹੜੇ ਮਹਾਂਪੁਰਖ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀਆਂ ਸੁਹਾਗਣਾਂ ਨੇ ਤੇ ਫਿਰ ਵਾਹਿਗੁਰੂ ਦੇ ਪ੍ਰੇਮ ਦੇ ਸਹਾਈ ਵੀ ਹਨ। ਕਿਉਂਕਿ ਜਿਹੜੀਆਂ ਆਪ ਸੁਹਾਗਣਾਂ ਨੇ ਉਹ ਦੂਸਰਿਆਂ ਨੂੰ ਵੀ ਸਿੱਖਿਆ ਦੇ ਸਕਦੀਆਂ ਬਈ ਤੁਸੀਂ ਇਸ ਢੰਗ ਦੇ ਨਾਲ ਪ੍ਰੇਮ ਕਰੋ, ਇਸ ਢੰਗ ਦੇ ਨਾਲ ਪਤੀ ਦੀ ਸੇਵਾ ਕਰੋ, ਇਸ ਢੰਗ ਦੇ ਨਾਲ ਤੁਹਾਨੂੰ ਉਹ ਪਤੀ ਮਿਲ ਸਕਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜਿਹੜੇ ਵਾਹਿਗੁਰੂ ਦੇ ਪਿਆਰੇ ਮਹਾਂਪੁਰਖ ਨੇ, ਰੱਬ ਦੀਆਂ ਸੁਹਾਗਣਾਂ ਨੇ ਅਤੇ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਸਾਡੀ ਸਹਾਇਤਾ ਕਰਨ ਦੇ ਯੋਗ ਹਨ। ਹਉ ਤਿਨ ਕੈ ਲਾਗਾਂ ਪਾਏ, ਅਸੀਂ ਉਹਨਾਂ ਮਹਾਂਪੁਰਖਾਂ ਦੇ ਭਾਈ ਚਰਨੀ ਲੱਗਦੇ ਹਾਂ, ਉਹਨਾਂ ਦੇ ਚਰਨਾਂ ਤੇ ਸੀਸ ਝੁਕਾਉਂਦੇ ਹਾਂ ਬਈ ਤੁਸੀਂ ਸਾਡਾ ਕਿਸੇ ਤਰੀਕੇ ਦੇ ਨਾਲ ਵਾਹਿਗੁਰੂ ਦੇ ਨਾਲ ਮਿਲਾਪ ਕਰਵਾ ਦਿਓ। ਵਿਣ ਪ੍ਰਭ ਕਿਉ ਸੁਖ ਪਾਈਐ, ਦੂਜੀ ਨਾਹੀ ਜਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਿਣ ਪ੍ਰਭ ਕਿਉਂ ਸੁਖ ਪਾਈਐ, ਬਿਨਾਂ ਉਸ ਪਤੀ ਪਰਮੇਸ਼ਰ ਤੋਂ ਇਸ ਜੀਵ ਰੂਪ ਇਸਤਰੀ ਨੂੰ ਸੁਹਾਗ ਦਾ ਸੁਖ ਕਿਵੇਂ ਪ੍ਰਾਪਤ ਹੋ ਸਕਦਾ? ਨਹੀਂ ਹੋ ਸਕਦਾ। ਦੂਜੀ ਨਾ ਹੀ ਜਾਏ, ਇਸਤਰੀ ਦੇ ਲਈ ਆਪਣੇ ਪਤੀ ਤੋਂ ਬਿਨਾਂ ਹੋਰ ਕੋਈ ਦੂਜੀ ਜਗ੍ਹਾ ਵੀ ਨਹੀਂ ਹੁੰਦੀ ਜਿੱਥੇ ਉਹਨੂੰ ਜਾ ਕੇ ਸੁਖ ਮਿਲੇ ਤੇ ਨਾਲ ਸਨਮਾਨ ਵੀ ਹਾਸਲ ਹੋਵੇ। ਇਸੇ ਲਈ ਜੀਵ ਰੂਪ ਇਸਤਰੀ ਨੂੰ ਵੀ ਪਰਮੇਸ਼ਰ ਪਤੀ ਤੋਂ ਬਿਨਾਂ ਕਦੇ ਸੁਹਾਗ ਦਾ ਸੁਖ ਨਹੀਂ ਮਿਲ ਸਕਦਾ ਤੇ ਨਾ ਹੀ ਉਹਨੂੰ ਦੂਸਰੀ ਕੋਈ ਹੋਰ ਜਗ੍ਹਾ ਹੀ ਹੈ ਜਿੱਥੇ ਜਾ ਕੇ ਮਾਨ ਸਨਮਾਨ ਉਸ ਨੂੰ ਮਿਲ ਸਕੇ। ਜਿਨੀ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹੇ ਆਘਾਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਮਹਾਂਪੁਰਖਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਰਸ ਨੂੰ ਚਖਿਆ ਹੈ, ਪ੍ਰੇਮ ਦਾ ਰਸ ਐਸਾ ਰਸ ਹੈ
ਜਿਸ ਦੇ ਅੱਗੇ ਬਾਕੀ ਸਾਰੇ ਹੀ ਰਸ ਤੁੱਛ ਨੇ। ਹਜ਼ੂਰ ਕਹਿੰਦੇ ਨੇ, ਜਿਨ੍ਹਾਂ ਨੇ ਵਾਹਿਗੁਰੂ ਦੇ ਪ੍ਰੇਮ ਦੇ ਰਸ ਨੂੰ ਚਖਿਆ ਹੈ, ਸੇ ਤ੍ਰਿਪਤ ਰਹੇ ਆਗਾਏ। ਉਹ ਮਨ ਕਰਕੇ ਵੀ ਤ੍ਰਿਪਤ ਹੋ ਗਏ ਨੇ, ਬਾਣੀ ਕਰਕੇ ਵੀ ਉਹ ਤ੍ਰਿਪਤ ਹੋ ਗਏ ਨੇ, ਤੇ ਸਰੀਰ ਕਰਕੇ ਵੀ ਉਹ ਰੱਜ ਗਏ ਨੇ। ਅਥਵਾ ਸੇ ਤ੍ਰਿਪਤ ਰਹੇ ਆਗਾਏ, ਉਹ ਇਸ ਦੁਨੀਆ ਦੇ ਪਦਾਰਥਾਂ ਵੱਲੋਂ ਵੀ ਤ੍ਰਿਪਤ ਹੋ ਗਏ, ਤੇ ਜਿਹੜੇ ਦੇਵ ਲੋਕ ਦੇ ਜਾਂ ਬ੍ਰਹਮ ਲੋਕ ਦੇ ਪਦਾਰਥ ਨੇ ਉਹਨਾਂ ਵੱਲੋਂ ਵੀ ਉਹਨਾਂ ਦਾ ਮਨ ਰੱਜ ਗਿਆ ਹੈ। ਕਿਉਂਕਿ ਵਾਹਿਗੁਰੂ ਦੇ ਪ੍ਰੇਮ ਦਾ ਰਸ ਇਤਨਾ ਮਹਾਨ ਹੈ। ਸਤਿਗੁਰੂ ਦੀ ਬਾਣੀ ਵਿੱਚ ਬਚਨ ਆਏ ਨੇ, ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਜਿਨ੍ਹਾਂ ਦੀ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਨਾਲ ਪ੍ਰੀਤੀ ਹੋ ਜਾਂਦੀ ਹੈ, ਜਿਹੜੇ ਵਾਹਿਗੁਰੂ ਦੇ ਪ੍ਰੇਮ ਰਸ ਨੂੰ ਚਖਦੇ ਨੇ, ਔਰ ਉਹ ਨਾ ਉਹਨਾਂ ਦੇ ਮਨ ਦੇ ਵਿੱਚ ਰਾਜ ਦੀ ਇੱਛਾ ਰਹਿੰਦੀ, ਨਾ ਹੀ ਮੁਕਤੀ ਦੀ ਇੱਛਾ ਰਹਿੰਦੀ ਹੈ। ਉਹ ਰਾਜ ਦੀ ਇੱਛਾ ਨੂੰ ਵੀ ਤਿਆਗ ਦਿੰਦੇ ਨੇ ਤੇ ਮੁਕਤੀ ਦੀ ਵੀ ਇੱਛਾ ਛੱਡ ਦਿੰਦੇ ਨੇ। ਕਿਉਂਕਿ ਮੁਕਤ ਬਪੜੀ ਵੀ ਗਿਆਨੀ ਤਿਆਗੀ। ਜਿਹੜੇ ਗਿਆਨਵਾਨ ਪੁਰਸ਼ ਨੇ ਉਹ ਬੈਕੁੰਠ ਦੀ ਮੁਕਤੀ ਨੂੰ ਵੀ ਛੱਡ ਦਿੰਦੇ ਨੇ। ਉਹ ਕਹਿੰਦੇ ਸਾਨੂੰ ਇਹਦੀ ਲੋੜ ਨਹੀਂ। ਜਿਵੇਂ ਇੱਕ ਸਾਖੀ ਆਉਂਦੀ ਹੈ, ਗੜ੍ਹ ਸ਼ੰਕਰ ਇੱਕ ਦੁਆਬੇ ਦੇ ਵਿੱਚ ਕਸਬਾ ਹੈ, ਉੱਥੇ ਇੱਕ ਗੁਰਸਿੱਖ ਰਹਿੰਦਾ ਸੀ, ਭਾਈ ਤਿਲਕੂ। ਉਹਦੇ ਉੱਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਾਨ ਬਖਸ਼ਿਸ਼ ਸੀ। ਉਹ ਹਮੇਸ਼ਾ ਲਈ ਪ੍ਰੇਮ ਦੇ ਰਸ ਨੂੰ ਚਖਦਾ ਸੀ ਤੇ ਕਿਰਤ ਕਰਦਾ, ਨਾਮ ਜਪਦਾ, ਵੰਡ ਕੇ ਛਕਦਾ ਸੀ। ਉਸੇ ਕਸਬੇ ਦੇ ਵਿੱਚ ਇੱਕ ਰਿੱਧੀ ਸਿੱਧੀ ਵਾਲਾ ਕੋਈ ਪੁਰਸ਼ ਆਇਆ, ਜਿਸ ਦਾ ਨਾਮ ਮਹੇਸ਼ਾ ਜੋਗੀ ਸੀ। ਉਸ ਨੇ ਸਾਰੇ ਸ਼ਹਿਰ ਦੇ ਵਿੱਚ ਢੰਡੋਰਾ ਫਰਵਾਇਆ, ਬਈ ਮੇਰੇ ਵਿੱਚ ਬੜੀ ਸ਼ਕਤੀ ਹੈ, ਬੜੀਆਂ ਰਿੱਧੀਆਂ ਸਿੱਧੀਆਂ ਨੇ। ਕੋਈ ਵੀ ਮਨੁੱਖ ਮੇਰੇ ਕੋਲ ਆਵੇ, ਇੱਕ ਵਾਰੀ ਮੇਰੇ ਦਰਸ਼ਨ ਕਰ ਲਵੇ, ਉਹਨੂੰ 1 ਸਾਲ ਸਵਰਗ ਦਾ ਸੁੱਖ ਮਿਲ ਸਕਦਾ। ਇਸ ਤਰ੍ਹਾਂ 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 ਦੇ ਲੁਭਾਉਣੇ ਇਸਨੇ ਇਸ਼ਤਿਹਾਰ ਦਿੱਤੇ, ਆਪਣੀ ਮਸ਼ਹੂਰੀ ਕਰਵਾਈ, ਤੇ ਬੜੀ ਦੁਨੀਆ ਇਹਦੇ ਕੋਲ ਜਾਣ ਲੱਗੀ। ਐਸਾ ਤਾਂਤਾ ਲੱਗਿਆ, ਔਰ ਇੱਕ ਆਵੇ ਤੇ ਇੱਕ ਜਾਵੇ। ਆਖੀਰ ਇਹਦੇ ਕੋਲੇ ਤਕਰੀਬਨ ਸਾਰੇ ਸ਼ਹਿਰ ਦੇ, ਸਾਰੇ ਇਲਾਕੇ ਦੇ ਲੋਕ ਆਉਣੇ ਸ਼ੁਰੂ ਹੋ ਗਏ। ਇੱਕ ਦਿਨ ਇਹਨੇ ਬੜੇ ਹੰਕਾਰ ਦੇ ਵਿੱਚ ਆਪਣੇ ਚੇਲਿਆਂ ਨੂੰ ਪੁੱਛਿਆ, ਕਹਿੰਦੇ ਵੀ ਕੋਈ ਇਹੋ ਜਿਹਾ ਵੀ ਬੰਦਾ ਹੈ ਜਿਹੜਾ ਮੇਰੇ ਕੋਲ ਨਾ ਆਇਆ ਹੋਵੇ? ਤਾਂ ਇੱਕ ਕਿਸੇ ਜਾਣਕਾਰ ਵਿਅਕਤੀ ਨੇ ਆਖਿਆ, ਕਹਿੰਦੇ ਹਾਂ, ਇੱਕ ਗੁਰੂ ਨਾਨਕ ਦਾ ਸਿੱਖ ਹੈ, ਭਾਈ ਤਿਲਕਾ, ਉਹ ਨਹੀਂ ਤੇਰੇ ਕੋਲ ਆਇਆ। ਹਮੇਸ਼ਾ ਜੋਗੀ ਹੈਰਾਨ ਹੋਇਆ, ਕਹਿੰਦਾ ਦੁਨੀਆ ਸਵਰਗ ਦੇ ਸੁੱਖਾਂ ਦੇ ਲਈ ਤਰਲੋਂ ਮੱਛੀ ਹੁੰਦੀ ਹੈ, ਪਰ ਇਹ ਸਿੱਖ ਤੇ ਕਿੰਨੀ ਕੁ ਗੁਰੂ ਦੀ ਕਿਰਪਾ ਹੋਵੇਗੀ। ਚਲੋ ਖੈਰ, ਉਸਨੇ ਆਪਣੇ ਕਿਸੇ ਖਾਸ ਚੇਲਿਆਂ ਨੂੰ ਭੇਜਿਆ, ਕਹਿਣ ਲੱਗਾ ਜਾਓ ਜਾ ਕੇ ਗੁਰੂ ਦੇ ਸਿੱਖ ਨੂੰ ਕਹੋ, ਜੇ ਉਹਨੇ ਸਵਰਗ ਦਾ ਸੁੱਖ ਲੈਣਾ ਮੇਰੇ ਆ ਕੇ ਦਰਸ਼ਨ ਕਰ ਲਵੇ, ਉਹਨੂੰ 1 ਸਾਲ ਸਵਰਗ ਦਾ ਸੁੱਖ ਮਿਲੇਗਾ। ਜੇ ਉਹ ਵਧੇਕ ਚਾਹੁੰਦਾ ਹੈ, ਵਧੇਕ ਸੁੱਖ ਵੀ ਮਿਲ ਸਕਦਾ। ਆਖੀਰ ਉਸਨੇ ਇਹ ਵੀ ਕਹਿ ਦਿੱਤਾ, ਜੇ ਗੁਰਸਿੱਖ ਮੇਰੇ ਆ ਕੇ ਦਰਸ਼ਨ ਕਰ ਲਵੇ, ਉਹਨੂੰ 100 ਸਾਲ ਦਾ ਸਵਰਗ ਦਾ ਸੁੱਖ ਵੀ ਮੈਂ ਦੇ ਸਕਦਾ ਹਾਂ। ਦੂਜਿਆਂ ਨੂੰ 1 ਸਾਲ, ਉਹਨੂੰ 100 ਸਾਲ ਦਾ ਸੁੱਖ ਮਿਲੇਗਾ। ਜਦੋਂ ਇਸ ਤਰ੍ਹਾਂ ਮਨ ਮੋਹਣੇ ਤੇ ਲੁਭਾਉਣੇ ਉਸਨੇ ਐਲਾਨ ਕੀਤੇ, ਪਰ ਗੁਰਸਿੱਖ ਦੇ ਮਨ ਤੇ ਕੋਈ ਅਸਰ ਨਾ ਹੋਇਆ। ਮਹੇਸ਼ਾ ਜੋਗੀ ਹੈਰਾਨ ਹੋਇਆ, ਕਹਿਣ ਲੱਗਾ ਇਸ ਗੁਰਸਿੱਖ ਦੇ ਉੱਤੇ ਕਿੰਨੀ ਗੁਰੂ ਦੀ ਕਿਰਪਾ ਹੋਵੇਗੀ, ਜਿਹਨੂੰ ਸਵਰਗ ਦੇ ਸੁੱਖ ਵੀ ਲੁਭਾਏਮਾਨ ਨਹੀਂ ਕਰ ਸਕੇ। ਆਖੀਰ ਇਸਨੇ ਫੈਸਲਾ ਕੀਤਾ ਵੀ ਇਹਦੇ ਵਿੱਚ ਮੇਰੀ ਵੀ ਤੌਹੀਨ ਹੈ। ਬਈ ਲੋਕੀ ਕਹਿਣਗੇ ਵੱਡਾ ਕਰਾਮਾਤੀ ਬਣਿਆ ਫਿਰਦਾ ਸੀ, ਵੀ ਇੱਕ ਗੁਰੂ ਦੇ ਸਿੱਖ ਨੂੰ ਵੀ ਆਪਣੇ ਅੱਗੇ ਝੁਕਾ ਨਹੀਂ ਸਕਿਆ, ਇਸ ਲਈ ਉਹ ਗੁਰਸਿੱਖ ਤਾਂ ਮੇਰੀ ਭੂਰਾ ਵੀ ਪਰਵਾਹ ਨਹੀਂ ਕਰਦਾ। ਹੁਣ ਮੈਨੂੰ ਉਸ ਗੁਰਸਿੱਖ ਨੂੰ ਆਪਣੇ ਨਾਲ ਰਲਾਉਣ ਵਾਸਤੇ ਕੋਈ ਨਾ ਕੋਈ ਯਤਨ ਜ਼ਰੂਰ ਕਰਨਾ ਪਵੇਗਾ। ਪਹਿਲਾਂ ਤੇ ਤਰ੍ਹਾਂ ਤਰ੍ਹਾਂ ਦੇ ਉਸਨੇ ਲਾਲਚ ਦਿੱਤੇ, ਪਰ ਜਦੋਂ ਉਹਨਾਂ ਲਾਲਚਾਂ ਅੱਗੇ ਗੁਰੂ ਦਾ ਸਿੱਖ ਨਾ ਡੋਲਿਆ, ਫਿਰ ਇਹਨੇ ਸੋਚਿਆ ਵੀ ਹੁਣ ਆਪਾਂ
ਜਿਹੜੀ ਸਾਮ ਦਾਮ ਦੰਡ ਪੇ ਦੇ 4 ਕਿਸਮ ਦੀ ਨੀਤੀ ਹੁੰਦੀ ਹੈ। ਚਲੋ ਹੁਣ ਆਪਾਂ ਗੁਰਸਿੱਖ ਦੇ ਨਾਲ ਸੁਲ੍ਹਾ ਕਰਦੇ ਹਾਂ। ਮਹੇਸ਼ੇ ਜੋਗੀ ਨੇ ਭਾਈ ਤਿਲਕੇ ਦੇ ਪਾਸ ਸੰਦੇਸ਼ ਘੱਲਿਆ ਬਈ ਮੈਂ ਤੇਰੇ ਦਰਸ਼ਨ ਕਰਨ ਵਾਸਤੇ ਆ ਰਿਹਾ ਹਾਂ ਤੇ ਤੂੰ ਮੇਰੇ ਸਵਾਗਤ ਲਈ ਤਿਆਰੀ ਕਰ। ਤੇ ਜਦੋਂ ਤਿਲਕੇ ਸਿੱਖ ਨੂੰ ਇਸ ਗੱਲ ਦਾ ਪਤਾ ਲੱਗਿਆ ਬਈ ਉਹ ਮਹੇਸ਼ਾ ਜੋਗੀ ਮੇਰੇ ਪਾਸ ਆ ਰਿਹਾ ਹੈ ਤੇ ਉਸਨੇ ਜਵਾਬ ਦਿੱਤਾ, ਕਹਿੰਦਾ ਮੇਰੇ ਕੋਲੇ ਆਉਣ ਦੀ ਕੋਈ ਲੋੜ ਨਹੀਂ। ਮਹੇਸ਼ਾ ਜੋਗੀ ਹੈਰਾਨ ਹੋਇਆ, ਕਹਿੰਦਾ ਨਹੀਂ, ਮੈਂ ਤੇ ਜਾਣਾ ਹੀ ਜਾਣਾ ਹੈ ਉਹਦੇ ਕੋਲ। ਮਹੇਸ਼ਾ ਜੋਗੀ ਆਪਣੀ ਮਰਜ਼ੀ ਨਾਲ ਉਹ ਸਿੱਖ ਦੇ ਕੋਲ ਚਲਿਆ ਜਾਂਦਾ ਹੈ ਤੇ ਜਦੋਂ ਉਸ ਗੁਰਸਿੱਖ ਨੂੰ ਪਤਾ ਲੱਗਦਾ ਹੈ ਉਹ ਆਪਣੇ ਘਰ ਦੇ ਦਰਵਾਜ਼ੇ ਬੰਦ ਕਰ ਲੈਂਦਾ, ਉਹਨੂੰ ਅੰਦਰ ਨਹੀਂ ਆਉਣ ਦਿੰਦਾ। ਕਿੰਨੀ ਬੇਪਰਵਾਹੀ ਹੈ ਗੁਰਸਿੱਖ ਦੀ। ਸੰਤਨ ਅਵਰ ਨਾ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੈ, ਜਾਂ ਕੋ ਪਾਕ ਸੁਆਮੀ। ਹੁਣ ਜਦੋਂ ਇਸਨੇ ਘਰ ਦੇ ਦਰਵਾਜ਼ੇ ਬੰਦ ਕਰ ਲਏ, ਮਹੇਸ਼ਾ ਜੋਗੀ ਉਹਦੇ ਨਾਲ ਬੜੀ ਚੇਲਿਆਂ ਦੀ ਭੀੜ ਵੀ ਹੈ, ਉਹ ਗੁਰਸਿੱਖ ਦੇ ਦਰਵਾਜ਼ੇ ਤੇ ਦਸਤਕ ਦਿੰਦਾ ਹੈ, ਕਹਿੰਦਾ ਗੁਰਸਿੱਖਾ ਮੈਂ ਤੇਰੇ ਦਰਸ਼ਨ ਕਰਨ ਵਾਸਤੇ ਆਇਆ, ਦਰਵਾਜ਼ਾ ਖੋਲ। ਉਹ ਕਹਿੰਦਾ ਮੈਂ ਤੈਨੂੰ ਆਪਣੇ ਮੱਥੇ ਨਹੀਂ ਲਾ ਸਕਦਾ। ਉਹ ਕਹਿੰਦਾ ਇਹਦਾ ਕੀ ਕਾਰਨ? ਉਹ ਕਹਿੰਦਾ ਇਹਦਾ ਕਾਰਨ ਇਹ ਹੈ ਤੂੰ ਇਹ ਵਰਦਾਨ ਲਿਆ ਹੋਇਆ ਜਿਹੜਾ ਮੇਰੇ ਦਰਸ਼ਨ ਕਰੇ ਉਹਨੂੰ ਸਵਰਗ ਦਾ ਸੁੱਖ ਮਿਲੇਗਾ, ਪਰ ਮੈਂ ਤੇ ਸਵਰਗ ਵਿੱਚ ਜਾਣਾ ਹੀ ਨਹੀਂ ਚਾਹੁੰਦਾ, ਮੈਨੂੰ ਤਾਂ ਸਵਰਗ ਦੀ ਕੋਈ ਇੱਛਾ ਹੀ ਨਹੀਂ। ਕਬੀਰ ਨਰਕ ਸੁਰਗ ਤੇ ਮੈਂ ਰਹਿਓ ਸਤਿਗੁਰ ਕੇ ਪ੍ਰਸਾਦ। ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੁੰਦੀ ਉਹ ਸੁਰਗ ਤੇ ਨਰਕ ਤੋਂ ਉੱਚੇ ਉੱਠ ਜਾਂਦੇ ਨੇ। ਤੇ ਹੁਣ ਜਦੋਂ ਗੁਰਸਿੱਖ ਨੇ ਇਹ ਗੱਲ ਆਖੀ ਤੇ ਉਹ ਕਹਿੰਦਾ ਵੀ ਮੈਂ ਤੇਥੋਂ ਕੁਰਬਾਨ ਹਾਂ, ਪਰ ਤੂੰ ਇੱਕ ਵਾਰੀ ਮੈਨੂੰ ਦਰਸ਼ਨ ਤਾਂ ਦੇ। ਤਾਂ ਗੁਰਸਿੱਖ ਨੇ ਬਚਨ ਕੀਤਾ ਤੂੰ ਆਪਣਾ ਵਰਦਾਨ ਵਾਪਸ ਲੈ। ਉਹ ਕਹਿੰਦਾ ਚੱਲ ਮੈਂ ਆਪਣਾ ਵਰਦਾਨ ਵਾਪਸ ਲਿਆ, ਤੂੰ ਇੱਕ ਵਾਰੀ ਮੈਨੂੰ ਦਰਸ਼ਨ ਦੇ, ਮੇਰੇ ਦਰਸ਼ਨ ਕਰਕੇ ਤੈਨੂੰ ਸਵਰਗ ਵਿੱਚ ਨਹੀਂ ਜਾਣਾ ਪਵੇਗਾ। ਇਹ ਸ਼ਰਤ ਦੇ ਉੱਤੇ ਗੁਰਸਿੱਖ ਨੇ ਦਰਵਾਜ਼ਾ ਖੋਲ੍ਹ ਦਿੱਤਾ ਤੇ ਯੋਗੀ ਉਸ ਗੁਰਸਿੱਖ ਨੂੰ ਕਿਰਤ ਕਰਦਾ ਵੇਖ ਕੇ ਹੱਕਾ ਬੱਕਾ ਰਹਿ ਗਿਆ। ਕਹਿਣ ਲੱਗਾ ਇਹ ਗਰੀਬ ਸਿੱਖ ਹੈ, ਬਸਤਾ ਟੂਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਧਿਆਨ ਪਰ ਮਿੰਨਾ, ਮਿੱਤਰ ਨਾ ਇਠ ਤਨ ਰੂਪਹੀਨ ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ। ਪਰ ਇਹ ਤੇ ਸਾਰੀ ਦੁਨੀਆ ਦਾ ਰਾਜਾ ਬਣਿਆ ਹੋਇਆ, ਇਹਨੂੰ ਕਿਸੇ ਦੀ ਪ੍ਰਵਾਹ ਤੱਕ ਨਹੀਂ, ਇਹਨੂੰ ਨਾ ਰਾਜ ਦੀ ਇੱਛਾ ਹੈ ਤੇ ਨਾ ਸਵਰਗ ਦੀ ਇੱਛਾ ਰਹੀ ਹੈ। ਕਹਿੰਦਾ ਗੁਰਸਿੱਖਾ ਮੈਨੂੰ ਇਹ ਦੱਸ ਤੇਰਾ ਗੁਰੂ ਕੌਣ ਹੈ? ਤੇ ਭਾਈ ਤਿਲਕੇ ਨੇ ਆਖਿਆ ਮੇਰਾ ਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ, ਮੈਂ 5ਵੇਂ ਗੁਰੂ ਨਾਨਕ ਦਾ ਸਿੱਖ ਹਾਂ। ਉਹ ਕਿੱਥੇ ਰਹਿੰਦੇ ਨੇ? ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਬਿਰਾਜਮਾਨ ਨੇ। ਮਹੇਸ਼ਾ ਜੋਗੀ ਕਹਿਣ ਲੱਗਾ ਫਿਰ ਮੈਨੂੰ ਵੀ ਉਹਨਾਂ ਦੇ ਦਰਸ਼ਨ ਕਰਵਾ। ਕਹਿੰਦਾ ਚੱਲ ਤੈਨੂੰ ਵੀ ਦਰਸ਼ਨ ਹੋ ਸਕਦੇ ਨੇ। ਜਦੋਂ ਦੋਵੇਂ ਜਾਣੇ ਰਸਤੇ ਵਿੱਚ ਤੁਰੇ ਜਾ ਰਹੇ ਸਨ ਤੇ ਮਹੇਸ਼ੇ ਜੋਗੀ ਨੇ ਅਚਾਨਕ ਪੁੱਛਿਆ ਵੀ ਗੁਰੂ ਅਰਜਨ ਦੇਵ ਮਹਾਰਾਜ ਦੀ ਉਮਰ ਕਿਤਨੀ ਕੁ ਹੈ? ਤਾਂ ਗੁਰਸਿੱਖ ਨੇ ਆਖਿਆ ਹੋ 40-45 ਸਾਲ ਦੇ ਕਰੀਬ। ਮਹੇਸ਼ਾ ਜੋਗੀ ਫਿਰ ਭਰਮ ਦੇ ਵਿੱਚ ਪੈ ਗਿਆ। ਕਹਿਣ ਲੱਗਾ ਮੈਂ ਤੇ ਯੋਗ ਸਾਧਨ ਕੀਤੇ ਨੇ, ਕਈ ਸੈਂਕੜੇ ਵਰੇ ਦੀ ਆਪਣੀ ਲੰਬੀ ਉਮਰ ਕੀਤੀ ਹੋਈ ਹੈ ਤੇ ਗੁਰੂ ਮਹਾਰਾਜ ਦੀ ਸਿਰਫ 40-45 ਸਾਲ ਦੀ ਜੀ ਉਮਰ ਹੋਈ, ਉਹਨਾਂ ਨੇ ਕਿਹੜੀ ਭਗਤੀ ਕੀਤੀ ਹੋਵੇਗੀ, ਕਿਹੜੀ ਤਪੱਸਿਆ ਕੀਤੀ ਹੋਵੇਗੀ, ਉਹਨਾਂ ਵਿੱਚ ਕਿੰਨੀ ਸਰਬਗਤਾ ਆ ਗਈ ਹੋਵੇਗੀ। ਇਸ ਤਰ੍ਹਾਂ ਦੀਆਂ ਗੱਲਾਂ ਸੋਚਣ ਲੱਗਿਆ। ਪਰ ਭਾਈ ਤਿਲਕਾ ਕਹਿਣ ਲੱਗਾ ਯਾਦ ਰੱਖ ਸਿਆਣੇ ਪੁਰਸ਼ ਕਹਿੰਦੇ ਨੇ ਤੁਵੰਗਰੀ ਬਾ ਦਿਲ ਅਸਤ ਨਾ ਕੇ ਬਾ ਮਾਲ, ਬਜ਼ੁਰਗੀ ਬਾ ਇਲਮ ਅਸਤ ਨਾ ਕੇ ਬਾ ਸਾਲ। ਜਿਹੜੀ ਦਾਤਾਰਗੀ ਹੈ, ਸਖੀ ਪੁਣਾ ਹੈ, ਉਹਦਾ ਸੰਬੰਧ ਮਾਇਆ ਤਨ ਦੌਲਤ ਦੇ ਨਾਲ ਕੋਈ ਨਹੀਂ, ਉਹਦਾ ਦਿਲ ਦੇ ਨਾਲ ਸੰਬੰਧ ਹੈ। ਕਿਉਂਕਿ ਜਿਸ ਦੇ ਮਨ ਦੇ ਵਿੱਚ ਦਇਆ ਹੋਵੇ, ਦੇਣ ਦੀ ਭਾਵਨਾ ਹੋਵੇ, ਉਹ ਬਹੁਤ ਕੁਛ ਦੇ ਦਿੰਦੇ। ਤੇ ਜਿਹਦੇ ਵਿੱਚ ਦੇਣ ਦੀ ਭਾਵਨਾ ਨਹੀਂ, ਚਾਹੇ ਉਹਦੇ ਕੋਲੇ ਲੱਖਾਂ ਕਰੋੜਾਂ ਅਰਬਾਂ ਖਰਬਾਂ ਵੀ ਡਾਲਰ ਪਏ ਹੋਣ, ਪਰ ਉਹ ਨਹੀਂ ਕਰ ਸਕਦਾ ਕੁਛ ਵੀ।
ਤੇ ਨਾਲ ਹੀ ਬਜ਼ੁਰਗੀ ਦਾ ਸੰਬੰਧ ਇਲਮ ਦੇ ਨਾਲ ਹੈ, ਗਿਆਨ ਦੇ ਨਾਲ ਹੈ, ਵਿਦਿਆ ਦੇ ਨਾਲ ਹੈ, ਤੇ ਇਹਦਾ ਉਮਰ ਦੇ ਨਾਲ ਕੋਈ ਸੰਬੰਧ ਨਹੀਂ। ਤੇ ਜਦੋਂ ਇਹ ਗੱਲ ਆਖੀ ਤਾਂ ਉਸ ਵੇਲੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਨੇੜੇ ਪਹੁੰਚ ਗਏ। ਹੁਣ ਗੁਰੂ ਮਹਾਰਾਜ ਨੂੰ ਵੀ ਪਤਾ ਲੱਗਿਆ ਵੀ ਇਹ ਰਿੱਧੀ ਸਿੱਧੀ ਵਾਲਾ ਯੋਗੀ ਸਾਡੇ ਕੋਲ ਆ ਰਿਹਾ ਹੈ, ਤੇ ਗੁਰੂ ਮਹਾਰਾਜ ਨੇ ਪਹਿਲਾਂ ਹੀ ਗੁਰਸਿੱਖਾਂ ਨੂੰ ਕਹਿ ਦਿੱਤਾ, ਕਹਿੰਦੇ ਭਾਈ ਅੱਗੇ ਕਨਾਤ ਤਾਣ ਦਿਓ। ਗੁਰਸਿੱਖਾਂ ਨੇ ਕਨਾਤ ਤਾਣ ਦਿੱਤੀ ਤੇ ਮਹੇਸ਼ਾ ਯੋਗੀ ਆਇਆ, ਤੇ ਇਹਨੂੰ ਗੁਰੂ ਮਹਾਰਾਜ ਦੇ ਦਰਸ਼ਨ ਨਾ ਹੋਏ, ਕਿਉਂਕਿ ਇਹਦੇ ਮਨ ਦੇ ਵਿੱਚ ਸ਼ੰਕਾ ਸੀ। ਤੇ ਉਸ ਵੇਲੇ ਗੁਰੂ ਮਹਾਰਾਜ ਨੇ ਇਹਨੂੰ ਇਹਦੇ ਮਨ ਦਾ ਭੁਲੇਖਾ ਦੂਰ ਕਰਨ ਦੇ ਵਾਸਤੇ ਇਹਨੂੰ ਇੱਕ ਸਵਾਲ ਕੀਤਾ। ਕਹਿਣ ਲੱਗੇ, ਉਹ ਮਹੇਸ਼ਿਆ ਬਈ ਤੇਰਾ ਜਿਹੜਾ ਸੱਜਾ ਕੰਨ ਕਿੱਥੇ ਹੈ? ਉਹ ਹੈਰਾਨ ਹੋਇਆ। ਇਸ ਘਟਨਾ ਬਾਰੇ ਕਿਸੇ ਨੂੰ ਪਤਾ ਨਹੀਂ ਸੀ। ਜੋ ਗੁਰੂ ਮਹਾਰਾਜ ਨੇ ਇਹਦੇ ਸਾਹਮਣੇ ਇਹ ਗੱਲ ਆਖੀ, ਕਹਿੰਦਾ ਵੀ ਗੁਰੂ ਮਹਾਰਾਜ ਨੂੰ ਮੇਰੇ ਕੰਨ ਬਾਰੇ ਕੀ ਪਤਾ ਹੈ? ਫਿਰ ਇਹਨੂੰ ਯਾਦ ਆਇਆ, ਕਹਿੰਦਾ ਵੀ ਕਈ ਸੈਂਕੜੇ ਸਾਲ ਪਹਿਲਾਂ ਦੀ ਗੱਲ ਸੀ, ਕਿਉਂਕਿ ਉਮਰ ਇਹਦੀ ਬੜੀ ਲੰਬੀ ਸੀ। ਕਈ ਸੈਂਕੜੇ ਸਾਲ ਪਹਿਲਾਂ ਦੀ ਗੱਲ ਸੀ। ਇਹ ਕਿਤੇ ਸਮੁੰਦਰ ਵਿੱਚ ਸਫ਼ਰ ਕਰ ਰਿਹਾ ਸੀ, ਆ ਸਮੁੰਦਰੀ ਜਹਾਜ਼ ਦੇ ਉੱਤੇ ਸਮੁੰਦਰ ਵਿੱਚ ਸਫ਼ਰ ਕਰ ਰਿਹਾ ਸੀ। ਅਚਾਨਕ ਸਮੁੰਦਰੀ ਜਹਾਜ਼ ਨੂੰ ਕੋਈ ਵਿਘਨ ਪਿਆ, ਤੇ ਬਹੁਤ ਸਾਰੇ ਜਿਹੜੇ ਮੁਸਾਫਰ ਬੈਠੇ ਸਨ ਉਹਨਾਂ ਸਾਰਿਆਂ ਦੇ ਵਿੱਚ ਹਾਹਾਕਾਰ ਮਚ ਗਈ। ਲੋਕ ਉਸ ਵੇਲੇ ਕੁਝ ਨਾ ਕੁਝ ਐਸੇ ਵਹਿਮਾਂ ਭਰਮਾਂ ਦੇ ਵਿੱਚ ਪਏ ਹੋਏ ਸਨ। ਤੇ ਕਿਸੇ ਸੱਜਣ ਨੇ ਕਿਹਾ ਬਈ ਹੁਣ ਕਿਸੇ ਮਨੁੱਖ ਦੀ ਬਲੀ ਦੀ ਲੋੜ ਪਵੇਗੀ ਤਾਂ ਹੀ ਜਾਨ ਬਚ ਸਕਦੀ ਹੈ, ਵਰਨਾ ਸਾਰੇ ਮਰ ਸਕਦੇ ਹਾਂ। ਸਾਰੇ ਸੋਚਣ ਲੱਗੇ ਵੀ ਹੁਣ ਬਲੀ ਕਿਸ ਦੀ ਦਿੱਤੀ ਜਾਵੇ, ਮਰਨ ਨੂੰ ਕੌਣ ਤਿਆਰ ਹੋਵੇ? ਪਰ ਕੋਈ ਵੀ ਤਿਆਰ ਨਾ ਹੋਇਆ, ਕਿਉਂਕਿ ਬਾਲ ਬੱਚਿਆਂ ਵਾਲੇ ਸਨ, ਕਬੀਲਦਾਰ ਸਨ। ਆਖਿਰ ਮਸ਼ਿੰਦਰ ਇਹ ਮਹੇਸ਼ੇ ਯੋਗੀ ਦੇ ਉੱਤੇ ਉਹਨਾਂ ਦੀ ਨਿਗਾਹ ਪਈ। ਕਹਿੰਦੇ ਇਹ ਮਹੇਸ਼ਾ ਯੋਗੀ ਹੈ, ਇਹਦੀ ਨਾ ਕੋਈ ਰੰਨ ਨਾ ਕੰਨ, ਇਹਦੀ ਬਲੀ ਚੜਾ ਦਿਓ। ਤੇ ਅਖੀਰ ਕਹਿੰਦੇ ਨੇ ਮਹੇਸ਼ੇ ਯੋਗੀ ਨੂੰ ਚੱਕ ਕੇ ਉਹਨਾਂ ਨੇ ਸਮੁੰਦਰ ਵਿੱਚ ਸੁੱਟ ਦਿੱਤਾ। ਜਦੋਂ ਸਮੁੰਦਰ ਵਿੱਚ ਸੁੱਟਿਆ ਤੇ ਉਹਦੇ ਕੰਨਾਂ ਵਿੱਚ ਉਹ ਬਲੌਰ ਦੀ ਮੁੰਦਰਾ ਪਾਈ ਸੀ, ਕਿਉਂਕਿ ਯੋਗੀ ਬਲੌਰ ਦੀ ਮੁੰਦਰਾ ਪਾਉਂਦੇ ਨੇ। ਤੇ ਕੋਈ ਮੱਛ ਆਇਆ ਤੇ ਉਸਨੇ ਉਹਦੀ ਉਹ ਜਿਹੜੀ ਸਣੇ ਮੁੰਦਰਾ ਦੇ ਚਮਕਦੀ ਚੀਜ਼ ਦੇਖ ਕੇ ਉਹਦਾ ਕੰਨ ਵੀ ਤੇ ਮੁੰਦਰਾ ਲਾ ਕੇ ਨਾਲੋਂ ਹੀ ਲੈ ਗਿਆ। ਜਦੋਂ ਕੰਨ ਤੇ ਮੁੰਦਰਾ ਮੱਛ ਲਾ ਕੇ ਲੈ ਗਿਆ ਤੇ ਕੁਦਰਤੀ ਰੱਬ ਦੀ ਕੋਈ ਐਸੀ ਕਿਰਪਾ ਹੋਈ, ਕੋਈ ਐਸੀ ਮਿਹਰ ਹੋਈ, ਸਮੁੰਦਰ ਦੀਆਂ ਲਹਿਰਾਂ ਦੇ ਨਾਲ ਇਹ ਕਿਨਾਰੇ ਆ ਲੱਗਿਆ, ਮਰਨ ਤੋਂ ਬਚ ਗਿਆ। ਬੇਹੋਸ਼ੀ ਦੀ ਹਾਲਤ ਵਿੱਚ ਜਦੋਂ ਕਿਨਾਰੇ ਨਾਲ ਆ ਕੇ ਲੱਗਿਆ, ਇਹਦੀ ਜਾਨ ਬਚ ਗਈ। ਤੇ ਫਿਰ ਇਹਨੂੰ ਜਦੋਂ ਹੋਸ਼ ਆਈ, ਚਲੋ ਫਿਰ ਇਹ ਯੋਗੀ ਬਣ ਗਿਆ। ਹੁਣ ਜਦੋਂ ਇਹ ਘਟਨਾ ਉਹਦੇ ਨਾਲ ਵਾਪਰੀ ਸੀ, ਇਹਦੇ ਬਾਰੇ ਕਿਸੇ ਨੂੰ ਕੁਝ ਨਹੀਂ ਸੀ ਪਤਾ। ਹੁਣ ਗੁਰੂ ਮਹਾਰਾਜ ਨੇ ਜਦੋਂ ਸਵਾਲ ਕੀਤਾ, ਉਹ ਮਹੇਸ਼ਿਆ ਤੇਰਾ ਕੰਨ ਤੇ ਮੁੰਦਰਾ ਕਿੱਥੇ ਨੇ? ਇਹ ਹੈਰਾਨ ਹੋਇਆ, ਕਹਿੰਦਾ ਇਹ ਤੇ ਪਤਾ ਨਹੀਂ ਕਿੰਨੇ ਸੈਂਕੜੇ ਸਾਲ ਹੋ ਗਏ ਨੇ, ਇੱਕ ਵਾਰੀ ਮੈਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਗਿਆ ਸੀ ਤੇ ਮੇਰੀ ਕੰਨ ਤੇ ਮੁੰਦਰਾ ਤੇ ਕਿਸੇ ਮੱਛ ਨੇ ਨਿਗਲ ਲਏ ਸਨ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਨਾਤ ਵਿੱਚੋਂ ਦੀ ਆਪਣਾ ਹੱਥ ਬਾਹਰ ਕੱਢ ਕੇ ਮਹੇਸ਼ੇ ਯੋਗੀ ਵੱਲ ਵਧਾਇਆ। ਕਹਿਣ ਲੱਗੇ, ਆਹ ਵੇਖ ਤੇਰੀ ਕੰਨ ਤੇ ਮੁੰਦਰਾ ਕਿਧਰੇ ਇਹ ਤੇ ਨਹੀਂ? ਉਹੀ ਕੰਨ ਤੇ ਮੁੰਦਰਾ ਉਹਦੇ ਸਾਹਮਣੇ ਲਿਆ ਕੇ ਰੱਖ ਦਿੱਤੀਆਂ। ਇਹ ਗੁਰੂ ਦੀ ਕਰਾਮਾਤ, ਗੁਰੂ ਦੀ ਸਰਬੱਕਤਾ ਸੀ।